ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਸਾਥੀਓ, ਅੱਜ ਬੜਾ ਇਤਿਹਾਸਕ ਦਿਨ ਹੈ। ਅੱਜ ਦੇ ਦਿਨ ਹੀ ਲੋਕ ਸਭਾ ਨੇ 3 ਖੇਤੀ ਬਿੱਲ ਸੀ, ਉਹਨਾਂ ਨੂੰ ਕਾਨੂੰਨ ਬਣਾਇਆ ਸੀ ਅਤੇ ਇਦੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਇਆ, ਜਿਹੜਾ ਅੱਜ ਤੱਕ ਜਾਰੀ ਹੈ। ਅਤੇ ਇਸ ਕਾਨੂੰਨਾਂ ਨੂੰ ਪਾਸ ਹੋਇਆਂ ਨੂੰ ਸਾਲ ਹੋ ਗਿਆ। ਕਿਸਾਨ ਵੀ ਸੜਕਾਂ 'ਤੇ ਹੈ ਅਤੇ ਇਸ ਸਾਰੇ ਮੁੱਦੇ 'ਤੇ ਅਤੇ ਹੋਰ ਗੱਲਾਂ 'ਤੇ ਅਸੀਂ ਚਰਚਾ ਕਰਨ ਲਈ ਸੱਦਿਆ ਆਪਣੇ ਨਾਲ ਉੱਘੇ ਪੱਤਰਕਾਰ ਦਵਿੰਦਰਪਾਲ ਜੀ ਨੂੰ। ਦਵਿੰਦਰਪਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ। ਜਿਵੇਂ ਕਿ ਮੈਂ ਗੱਲ ਕੀਤੀ ਕਿ ਸਾਹ ਹੋ ਚੱਲਿਆ, ਕਿਸਾਨ ਵੀ ਸੜਕਾਂ 'ਤੇ ਨੇ, ਸਰਕਾਰ ਵੀ ਅੜੀ ਹੋਈ ਹੈ, ਅਤੇ ਇਹ ਸਾਰੇ ਹੁਣ ਤੱਕ ਦੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਰਿੰਦਰ ਜੀ, ਕਿਸੇ ਵੀ ਮੁਲਕ ਦੇ ਇਤਿਹਾਸ ਦੇ ਵਿੱਚ ਗਿਣਵੀਆਂ ਚੁੜਵੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਯਾਦਗਾਰੀ ਬਣ ਜਾਂਦੀਆਂ, ਲੋਕਮਾਨਾਂ 'ਤੇ ਉਕਰੀਆਂ ਜਾਂਦੀਆਂ, ਜਿਹੜੀਆਂ ਇੱਕ ਇਤਿਹਾਸ ਬਣਦੀਆਂ ਨੇਗੀਆਂ। ਆਪਾਂ ਇਹ ਕਹਿ ਲਈਏ ਵੀ ਆਜ਼ਾਦ ਭਾਰਤ ਦੇ ਵਿੱਚ ਇਹ 3 ਖੇਤੀ ਕਾਨੂੰਨ ਪਾਸ ਹੋਣਾ ਅਤੇ ਉਸ ਤੋਂ ਬਾਅਦ ਇੱਕ ਲੰਬੀ ਐਜੀਟੇਸ਼ਨ ਸ਼ੁਰੂ ਹੋਣੀ, ਜਿਹੜੀ ਹੁਣ ਤੱਕ ਸਸਟੇਨ ਕਰਨੀ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣਦਾ ਜਾ ਰਿਹਾ ਹੈਗਾ। ਆਮ ਤੌਰ 'ਤੇ ਅਮੂਮਨ ਕੀ ਹੁੰਦਾ ਹੈਗਾ, ਪਾਰਲੀਮੈਂਟ ਕੋਈ ਵੀ ਬਿੱਲ ਜਦੋਂ ਪਾਸ ਕਰਦੀ ਹੈ ਉਹ ਸੰਸਦ ਦੀ ਸਿਲੈਕਟ ਕਮੇਟੀ ਨੂੰ ਭੇਜਿਆ ਜਾਂਦਾ ਹੈਗਾ। ਸਿਲੈਕਟ ਕਮੇਟੀ ਉਹਦੇ 'ਚ ਕੋਈ ਧਿਰਾਂ ਦੇ ਇਤਰਾਜ਼ ਵੀ ਸੁਣਦੀ ਹੈ, ਦੇਖਦੀ ਹੈ, ਉਹਦੇ 'ਚ ਲੋੜੀ ਦੀਆਂ ਸੋਧਾਂ ਰਿਕਮੈਂਡ ਕਰਦੀ ਹੈ, ਸਾਰਾ ਕੁਝ ਦੇਖਦੀ ਹੈ। ਕਈ ਵਾਰੀ ਉਹ ਡੈਫਰ ਵੀ ਹੋ ਜਾਂਦੇ ਨੇ ਵੀ ਅਜੇ ਲੋੜ ਨਹੀਂ, 6 ਮਹੀਨੇ ਹੋਰ ਵਿਚਾਰ ਲੈ ਜਾਵੇ, ਸਾਲ ਹੋਰ ਵਿਚਾਰ ਲੈ ਜਾਵੇ, ਇਸ ਤਰ੍ਹਾਂ। ਇਸ ਕਰਕੇ ਜਦੋਂ ਇਹ ਸਾਰਾ ਪ੍ਰੋਸੈਸ ਅਡੋਪਟ ਨਾ ਕਰਨਾ, ਸਾਰੀ ਪ੍ਰਕਿਰਿਆ ਨੂੰ ਜਦੋਂ ਨਾ ਅਪਣਾਇਆ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸ਼ੱਕ ਪੈਦਾ ਹੋਇਆ ਵੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ 3 ਜਿਹੜੇ ਖੇਤੀ ਕਾਨੂੰਨ ਲਿਆਂਦੇ ਗਏ, ਅਤੇ ਜਿਹਦੇ ਨਾਲ ਖੇਤੀ ਦਾ ਜਿਹੜਾ ਉਹ ਭੱਠਾ ਪੈ ਸਕਦਾ ਹੈ। ਮਾਰਜਨਲ ਅਤੇ ਸਮਾਲ ਕਿਸਾਨ ਜਿਹੜੇ ਆ ਉਹ ਭੁੱਖਮਰੀ ਵੱਲ ਵਧਣਗੇ ਅਤੇ ਮਜ਼ਦੂਰ ਹੀ ਬਣਨਗੇ, ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੋਣੀ। ਫਿਰ ਜਿਹੜੀ ਸਭ ਤੋਂ ਵੱਡੀ ਗੱਲ ਸੀ, ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਇਹਨਾਂ ਕਾਨੂੰਨਾਂ 'ਤੇ ਕੋਈ ਬਹਿਸ ਨਹੀਂ ਹੋਈ। ਰਾਜ ਸਭਾ ਦੇ ਵਿੱਚ ਤਾਂ ਇੰਨੀ ਤੇਜ਼ੀ ਨਾਲ ਕਰਵਾਇਆ ਗਿਆ, ਉੱਥੇ ਜਵਾਨੀ ਵੋਟਿੰਗ ਦਾ ਵੀ ਪਤਾ ਨਹੀਂ ਲੱਗਿਆ ਵੀ ਵੋਟਿੰਗ ਹੋਈ ਵੀ ਹੈ ਜਾਂ ਨਹੀਂ ਹੋਈ। ਮਤਲਬ ਇੱਥੋਂ ਇਹ ਪਤਾ ਲੱਗਦਾ ਵੀ ਸਰਕਾਰ ਇਹ ਕਾਨੂੰਨ ਬਣਾਉਣ ਦੇ ਵਿੱਚ ਕਿਸ ਹੱਦ ਤੱਕ ਕਾਹਲੀ ਸੀ, ਅਤੇ ਸਾਰੀ ਪ੍ਰਕਿਰਿਆ ਨੂੰ ਹੀ ਨਜ਼ਰਅੰਦਾਜ਼ ਨਹੀਂ ਕੀਤਾ, ਨਹੀਂ ਅਪਣਾਇਆ, ਬਲਕਿ ਪਾਰਲੀਮੈਂਟ ਦੀਆਂ ਜਿਹੜੀਆਂ ਮਰਿਆਦਾਵਾਂ ਜਿਹੜੀਆਂ ਬਣੀਆਂ ਹੋਈਆਂ ਸੀ, ਬਿੱਲਾਂ 'ਤੇ ਬਹਿਸ ਹੋਣਾ, ਹਰ ਮੈਂਬਰ ਦੀ ਭੂਮਿਕਾ ਹੋਣੀ, ਉਹ ਕੀ ਕਹਿਣਾ ਚਾਹੁੰਦਾ ਹੈਗਾ। ਇੱਕ ਤਾਂ ਵਿਰੋਧੀ ਪਾਰਟੀਆਂ ਦਾ ਪਤਾ ਲੱਗ ਜਾਂਦਾ, ਚਾਹੇ ਉਹ ਕਾਂਗਰਸ ਸੀ, ਚਾਹੇ ਕੋਈ ਆਮ ਆਦਮੀ ਪਾਰਟੀ ਸੀ, ਜਾਂ ਕੋਈ ਹੋਰ ਸੀ, ਜਿਹੜੇ ਜੋ ਵੀ ਹੁਣ ਕਹਿੰਦੇ ਨੇ ਵੀ ਇਹ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਉਹ ਉੱਥੇ ਬੋਲਦੇ, ਆਪਦੀ ਗੱਲ ਰੱਖਦੇ। ਇਸ ਪ੍ਰਕਿਰਿਆ ਨੇ ਨੂੰ ਸਾਰਾ ਕੁਛ ਤਹਿਸ ਨਹਿਸ ਕਰਕੇ ਜਿਸ ਤਰ੍ਹਾਂ ਕਾਨੂੰਨ ਬਣਾਏ ਗਏ, ਉਹ ਸਾਰਾ ਕੁਛ ਸ਼ੱਕੀ ਹੈ। ਫਿਰ ਤੁਸੀਂ ਇਹ ਦੇਖੋ ਵੀ ਜਦੋਂ 20 ਜੂਨ 2020 ਨੂੰ ਆਰਡੀਨੈਂਸ ਲਿਆਂਦੇ ਜਾਂਦੇ ਨੇ ਕੇਂਦਰੀ ਕੈਬਨਿਟ ਵੱਲੋਂ, ਪੰਜਾਬ ਦੇ ਵਿੱਚ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਚੱਲ ਰਿਹਾ ਸੀ, ਪਰ ਜਿਵੇਂ ਹੀ ਪਾਰਲੀਮੈਂਟ ਨੇ ਐਕਟ ਬਣਾਤੇ ਤਾਂ ਇਹ ਐਜੀਟੇਸ਼ਨ ਜਿਹੜਾ ਹੈ ਉਹ 24 ਸਤੰਬਰ ਨੂੰ ਸ਼ੁਰੂ ਹੋਇਆ, ਜਿਹੜਾ ਅੱਜ ਤੱਕ ਜਾਰੀ ਹੈ। 24 ਸਤੰਬਰ ਵੀ ਆਉਣ ਵਾਲਾ ਹੀ ਹੈ ਕੁਛ ਦਿਨਾਂ ਤੱਕ। ਇਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਤੁਸੀਂ ਦੇਖੋਗੇ ਪੰਜਾਬ ਦੀ ਹੈ, ਜਿਹਨੇ ਸਾਰੇ ਪੰਜਾਬ ਨੂੰ, ਹਿੰਦੁਸਤਾਨ ਨੂੰ ਜਾਗ ਲਾਇਆ। ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦੋਲਨ ਹੋਇਆ, ਛੋਟਾ ਹੋਇਆ ਵੱਡਾ ਹੋਇਆ, ਇਸ ਗੱਲ ਹੈ ਜੀ। ਹਾਂ, ਬਿਨਾਂ ਸ਼ੱਕ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਸੂਬਿਆਂ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜਿੱਥੋਂ ਤੱਕ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਪਿਛਲੇ 2-2.5 ਦਹਾਕਿਆਂ ਤੋਂ, ਜਦੋਂ ਤੋਂ ਜੇ ਅਸੀਂ ਕਹਿ ਲਈਏ ਵੀ ਪੋਪੂਲਰ ਗੌਰਮੈਂਟ ਜਿਹੜੀ ਹੈ ਉਹ ਬਹਾਲ ਹੋਈ ਹੈ, ਅੱਤਵਾਦ ਦੇ ਖਤਮ ਹੋਣ ਅਤੇ ਰਾਸ਼ਟਰਪਤੀ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਤੋਂ ਚੁਣੀਆਂ ਹੋਈਆਂ ਸਰਕਾਰਾਂ ਆਈਆਂ ਨੇ, ਇੱਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੈਂਗ ਵਾਰ, ਕਾਨੂੰਨ ਵਿਵਸਥਾ ਦੀ ਸਥਿਤੀ ਨਿੱਘਰੀ ਹੋਣੀ, ਅਤੇ ਨਸ਼ਿਆਂ ਦਾ ਪ੍ਰਭਾਵ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਫਿਰ ਸਰਕਾਰਾਂ ਦੀ ਨਾਅਹਿਲੀਅਤ, ਸਰਕਾਰਾਂ ਵੱਲੋਂ ਕੁਛ ਵੀ ਨਾ ਕਰਨਾ, ਮਾਫੀਆ ਦਾ ਹਰ ਪਾਸੇ ਜ਼ੋਰ, ਲੋਕਾਂ ਦੇ ਬਿਜ਼ਨਸਾਂ 'ਤੇ ਰਾਜਨੀਤਿਕ ਲੋਕਾਂ ਦੇ ਕਬਜ਼ੇ ਹੋਣੇ। ਇਸ ਕਰਕੇ ਲੋਕ ਇੱਕ ਤਰ੍ਹਾਂ ਨਾਲ ਇੱਕ ਲੱਭਦੇ ਸੀ ਵੀ ਕੋਈ ਸਾਨੂੰ ਮੌਕਾ ਮਿਲੇ ਹਕੂਮਤ ਨਾਲ ਮੱਥਾ ਲਾਉਣ ਦਾ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ, ਜਿਹੜੇ ਸਦੀਆਂ ਤੋਂ ਸੰਘਰਸ਼ ਦੇ ਮੋਢੀ ਰਹੇ ਨੇ, ਚਾਹੇ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਹੋਵੇ, ਚਾਹੇ ਕੋਈ ਹੋਰ ਲੜਾਈ ਹੋਵੇ, ਤਾਂ ਇੱਕ ਪਲੇਟਫਾਰਮ ਜਿਹੜਾ ਉਹ ਮੁਹੱਈਆ ਕੀਤਾ, ਜਿਹਨੇ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ। ਅਸੀਂ ਦੇਖਦੇ ਹਾਂ ਵੀ ਪੰਜਾਬੀਆਂ ਨੇ ਬਹੁਤ ਵੱਡਾ, ਹਰਿਆਣਾ ਦੇ ਚੀਫ ਮਿਨਿਸਟਰ ਕਹਿੰਦੇ ਨੇ ਵੀ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਭੂਮਿਕਾ ਨਿਭਾਈ, ਪੰਜਾਬੀਆਂ ਦਾ ਜ਼ਿਆਦਾ ਰੋਲ ਹੈ। ਇਸ ਤਾਂ ਕਹਿੰਦੇ ਵੀ ਹਾਂ ਵਧੀਆ ਹੈ, ਹਿੰਦੁਸਤਾਨ ਦੀ ਆਜ਼ਾਦੀ ਵਿੱਚ ਵੀ ਤਾਂ ਪੰਜਾਬੀਆਂ ਦਾ ਜ਼ਿਆਦਾ ਰੋਲ ਸੀ। ਜਿਹੜੀ ਆਪਾਂ ਗੱਲ ਕਰਦੇ ਸੀ ਵੀ
ਸਾਰੇ ਮੁਲਕ ਨੂੰ ਜਿਹੜਾ ਉਹਦਾ ਕਾਰਨ ਪੰਜਾਬ ਦੇ ਵਿੱਚ ਬੇਸ ਬਣਿਆ ਹੋਇਆ ਸੀ। ਤੁਸੀਂ ਇਹ ਦੇਖਦੇ ਹੋ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੂੰ ਸਿਰਫ ਪੰਜਾਬ 'ਚ ਹੁਲਾਰਾ ਮਿਲਦਾ ਹੈ, ਦੋਨੇ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਤਕੜੇ ਝਟਕੇ ਦਿੱਤੇ ਜਾਂਦੇ ਨੇ। ਅਜਿਹੀ ਪਾਰਟੀ ਪੰਜਾਬ ਤੋਂ ਬਿਨਾਂ, ਪੰਜਾਬੀਆਂ ਤੋਂ ਬਿਨਾਂ ਕਿਸੇ ਨੇ ਮੂੰਹ ਹੀ ਨਹੀਂ ਲਾਇਆ ਉਹਨੂੰ। ਇਹਦਾ ਮਤਲਬ ਪੰਜਾਬੀ ਦੋਨਾਂ ਪਾਰਟੀਆਂ ਤੋਂ ਅੱਕੇ ਹੋਏ ਸੀ, ਜਿਹੜੇ ਸਹੀ ਸਾਫ਼ ਸੁਥਰਾ ਪ੍ਰਸ਼ਾਸਨ ਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ 'ਚ ਕਾਮਯਾਬ ਨਹੀਂ ਹੋਏ। ਸਿਰਫ ਮਾਫੀਆ ਦਾ ਜਿਹੜਾ ਦਬਦਬਾ ਵਧਿਆ ਤੇ ਰਾਜਨੀਤਿਕ ਲੋਕਾਂ ਨੇ ਆਪਣੀ ਗਰੀਬੀ ਦੂਰ ਕਰਨ ਤੋਂ ਬਿਨਾਂ ਲੋਕਾਂ ਦਾ ਭਲਾ ਨਹੀਂ ਕੀਤਾ। ਫਿਰ ਇੱਕ ਜਿਹੜਾ ਸਭ ਤੋਂ ਵੱਡਾ ਜਮੂਦ ਟੁੱਟਿਆ ਜਦੋਂ ਤੋਂ 2014 ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੋਂਦ 'ਚ ਆਈ ਹੈ ਕੇਂਦਰ 'ਚ। ਚਾਹੇ ਉਹ ਪ੍ਰਧਾਨ ਮੰਤਰੀ ਦੇ ਫੈਸਲੇ ਹੋਣ, ਚਾਹੇ ਕੇਂਦਰੀ ਕੈਬਨਿਟ ਦੇ ਹੋਣ, ਚਾਹੇ ਜਿਹਦੇ ਮਰਜ਼ੀ ਹੋਣ ਸਰਕਾਰ ਦੇ, ਇੱਕ ਇਹ ਧਾਰਨਾ ਬਣ ਗਈ ਸੀ, ਇੱਕ ਪੱਕਾ ਬਣ ਗਿਆ ਸੀ ਕਨਸੈਪਟ, ਮਤਲਬ ਇੱਕ ਲੋਕਾਂ ਦੇ ਵਿੱਚ ਪਰਸੈਪਸ਼ਨ, ਧਾਰਨਾ ਵੀ ਜੀ ਮੋਦੀ ਦੇ ਫੈਸਲਿਆਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਇਹ 3 ਕਾਨੂੰਨ ਸੀ ਜਿਹੜੇ ਇੱਕ ਵੱਡਾ ਚੈਲੰਜ ਬਣ ਕੇ ਸਾਹਮਣੇ ਆਏ। 13 ਅਕਤੂਬਰ ਤੋਂ ਲੈ ਕੇ 22 ਜਨਵਰੀ 2021 ਤੱਕ ਭਾਰਤ ਸਰਕਾਰ ਨੂੰ 6-7 ਮੀਟਿੰਗਾਂ ਵੀ ਕਰਨੀਆਂ ਪਈਆਂ। ਉਸ ਤੋਂ ਬਾਅਦ ਮੀਟਿੰਗ ਨਹੀਂ ਹੋਈ, ਇਹ ਭਾਰਤ ਸਰਕਾਰ ਦੀ ਅਣਗਹਿਲੀ ਹੈ। ਪਰ ਅਸੀਂ ਇਹ ਦੇਖਦੇ ਹਾਂ ਵੀ ਭਾਰਤ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਫਸੀ ਹੋਈ ਦਿਖਾਈ ਦੇ ਰਹੀ ਹੈਗੀ। ਉਹ ਹੁਣ ਗੱਲ ਤਾਂ ਇਹ ਹੈ ਵੀ ਖਹਿੜਾ ਛਡਾਉਣਾ ਉਹਨਾਂ ਨੂੰ ਔਖਾ ਹੋਇਆ ਪਿਆ। ਉਹ ਖਹਿੜਾ ਕਿਵੇਂ ਛੁੱਟੇ ਉਹਦਾ ਰਾਹ ਨਹੀਂ ਲੱਭ ਰਿਹਾ। ਖੇਤੀ ਜਿਹੜੇ ਕਾਨੂੰਨ 1 ਸਾਲ ਪਹਿਲਾਂ ਆਏ ਸੀ, ਮੁਲਕ ਦੇ ਲੋਕਾਂ ਨੂੰ ਜਾਗਰੂਕ ਹੀ ਨਹੀਂ ਕੀਤਾ, ਸਗੋਂ ਮੋਦੀ ਸਰਕਾਰ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਦੀ ਹਿੰਮਤ ਵੀ ਲੋਕਾਂ ਦੇ ਵਿੱਚ ਭਰੀ ਹੈ ਇਸ ਕਿਸਾਨ ਅੰਦੋਲਨ ਨੇ, ਜਿਹੜੇ ਉਸ ਤੋਂ ਬਾਅਦ ਕੋਈ ਐਡਾ ਵੱਡਾ ਫੈਸਲਾ ਭਾਰਤ ਸਰਕਾਰ ਨਹੀਂ ਲੈ ਸਕੀ, ਜਿਹੜਾ ਕਿ ਇਸ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਜਾਗਰੂਕ ਕੀਤਾ। ਤੁਸੀਂ ਕਿਹਾ ਵੀ ਸਰਕਾਰ ਫਸ ਗਈ ਹੈ, ਪਰ ਉਹ ਨਾਲ ਹੀ ਬਿਜਲੀ ਬਿੱਲ ਵੀ ਲਿਆਉਣ ਨੂੰ ਬੈਠੀ ਹੈ, ਤਿਆਰ ਬੈਠੀ ਹੈ, ਪਰਾਲੀ ਬਾਰੇ ਵੀ ਲਿਆ ਰਹੀ ਹੈ। ਅਤੇ ਮੈਨੂੰ ਤਾਂ ਨਹੀਂ ਲੱਗਦਾ ਕਿਤੇ ਫਸੀ। ਉਹ ਤਾਂ ਆਪਣਾ ਕਦਮ ਇੱਕ ਡੇਲੀ ਜਿੰਨਾ ਸੰਘਰਸ਼ ਹੁੰਦਾ ਹੈ ਉਦੋਂ 2 ਕਦਮ ਅੱਗੇ ਨੂੰ ਜਾਂਦੀ ਹੈ। ਨਹੀਂ, ਜਿੱਥੋਂ ਤੱਕ ਦੇਖਿਆ ਜਾਵੇ ਰਾਜਨੀਤਿਕ ਤੌਰ 'ਤੇ ਅਸੀਂ ਬੰਗਾਲ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਹਿੰਦੇ ਸੀ ਵੀ 200 ਸੀਟਾਂ ਸਾਨੂੰ ਆਉਣਗੀਆਂ, ਜਿਸ ਤਰ੍ਹਾਂ ਉੱਥੇ ਮੂੰਹ ਦੀ ਖਾਣੀ ਪਈ ਇਹਨਾਂ ਨੂੰ। ਤਾਮਿਲਨਾਡੂ ਦੇ ਵਿੱਚ ਖਾਤਾ ਨਾ ਖੁੱਲ੍ਹਣਾ, ਕੇਰਲਾ ਦੇ ਵਿੱਚ ਜੋ ਹਸ਼ਰ ਇਹਨਾਂ ਨੇ ਦੇਖਿਆ ਉਹ ਆਪਣੇ ਸਭ ਦੇ ਸਾਹਮਣੇ ਹੈ। ਵੈਸੇ ਵੀ ਦੇਖਿਆ ਜਾਵੇ ਤਾਂ ਤੁਸੀਂ ਇੱਕ ਪਰਸੈਪਸ਼ਨ ਦੀ ਲੜਾਈ, ਜਿਹੜੀ ਰਾਜਨੀਤਿਕ ਤੌਰ 'ਤੇ ਅਸੀਂ ਕਿਵੇਂ ਕਹਾਂਗੇ ਬੀਜੇਪੀ ਜਿੱਤੀ ਹੋਈ ਹੈ। ਉੱਤਰਾਖੰਡ ਦੇ ਵਿੱਚ ਤੀਜਾ ਚੀਫ ਮਿਨਿਸਟਰ ਆ ਗਿਆ, ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਡੀ ਜ਼ਮੀਨ ਪੈਰਾਂ ਹੇਠੋਂ ਖਿਸਕੀ ਹੋਈ ਹੈ। ਗੁਜਰਾਤ ਦੇ ਵਿੱਚ ਸਾਰੀ ਦੀ ਸਾਰੀ ਕੈਬਨਿਟ ਚੇਂਜ ਕਰਨੀ ਪਈ। ਕਰਨਾਟਕਾ ਦੇ ਵਿੱਚ ਜੇਦੀ ਯੂਰੋਪਾ ਨੂੰ ਬਦਲਣਾ ਪਿਆ। ਇਹ ਵੀ ਖਬਰਾਂ ਆ ਰਹੀਆਂ ਨੇ ਵੀ ਹਰਿਆਣੇ ਦੇ ਚੀਫ ਮਿਨਿਸਟਰ ਦੀ ਵਾਰੀ ਆ ਰਹੀ ਹੈਗੀ, ਜਿਹੜੇ ਕਿ ਕੱਲ੍ਹ ਹੀ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਨੇਗੇ। ਇਸ ਲਈ ਇਹ ਇੱਕ ਸਿੰਪਟਮ ਹੁੰਦੇ ਨੇ, ਕਿਸੇ ਬਿਮਾਰੀ ਦੇ ਲੱਛਣ ਹੁੰਦੇ ਨੇ, ਜਿਨ੍ਹਾਂ ਤੋਂ ਤੁਸੀਂ ਸਪਸ਼ਟ ਤੌਰ 'ਤੇ ਦੇਖ ਸਕਦੇ ਹੋ ਵੀ ਭਾਜਪਾ ਆਪਣੇ ਪੈਰਾਂ ਹੇਠੋਂ ਰਾਜਨੀਤਿਕ ਜ਼ਮੀਨ ਖਿਸਕੀ ਹੋਈ ਸਮਝ ਰਹੀ ਹੈ ਉਹਦੇ ਨਾਲ। ਪਰ ਉਹਦੇ ਹੌਸਲੇ ਇਸ ਕਰਕੇ ਬੁਲੰਦ ਆਪਾਂ ਕਹਿ ਸਕਦੇ ਹਾਂਗੇ, ਜਿਹੜੀ ਗੱਲ ਤੁਸੀਂ ਕਹਿੰਦੇ ਸੀ, ਕਿਉਂਕਿ ਵਿਰੋਧੀ ਧਿਰ ਮਰੀ ਹੋਈ ਹੈ। ਵਿਰੋਧੀ ਧਿਰ 'ਚ ਜਾਨ ਨਹੀਂ ਇਹਨਾਂ ਨਾਲ ਟੱਕਰ ਲੈਣ ਦੀ। ਇਹ ਤਾਂ ਕਿਸਾਨ ਵਿਰੋਧੀ ਧਿਰ ਦਾ ਰੋਲ ਪਲੇ ਕਰ ਰਹੇ ਨੇ। ਅਦਰਵਾਈਜ਼ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ, ਇਹ ਆਮ ਤੌਰ 'ਤੇ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਨੇ ਵੀ ਚੋਣ ਕਮਿਸ਼ਨ ਦੀ ਸਪੋਰਟ, ਈਡੀ ਦੀ ਵੀ ਸਪੋਰਟ, ਇਨਕਮ ਟੈਕਸ ਦੀ ਵੀ ਸਪੋਰਟ, CBI ਦੀ ਵੀ ਸਪੋਰਟ, ਅਤੇ ਆਪੋਜੀਸ਼ਨ ਫੇਲ ਹੈ। ਜਦੋਂ ਸਾਰੇ ਜਥੇਬੰਦੀਆਂ ਰਲ ਕੇ, ਸਾਰੇ ਅਦਾਰੇ ਰਲ ਕੇ ਇਲੈਕਸ਼ਨ ਲੜਦੇ ਨੇ, ਉਹਦਾ ਚਿਹਰਾ ਮੂਹਰਾ ਹੋਰ ਹੁੰਦਾ ਹੈਗਾ। ਇਖਲਾਕੀ ਜਿਹੜੀ ਲੜਾਈ ਹੁੰਦੀ ਹੈਗੀ, ਜਦੋਂ ਅਸੀਂ ਉੱਤਰ ਪ੍ਰਦੇਸ਼, ਕਰਨਾਟਕਾ ਅਤੇ ਗੁਜਰਾਤ ਦਾ ਜੋ ਹਾਲ ਦੇਖ ਚੁੱਕੇ ਹਾਂ ਅਤੇ ਹਰਿਆਣਾ ਦੇ ਵਿੱਚ ਸੰਭਾਵਨਾ ਹੈ, ਉੱਥੋਂ ਲੱਗਦਾ ਵੀ ਇਖਲਾਕੀ ਜਿਹੜੀ ਲੜਾਈ ਹੈ ਉਹ ਭਾਰਤੀ ਜਨਤਾ ਪਾਰਟੀ ਹਾਰ ਚੁੱਕੀ ਹੈ। ਜੇ ਆਪਾਂ ਪੰਜਾਬ ਦੇ ਸੰਦਰਭ 'ਚ ਪੰਜਾਬ ਦੀ ਗੱਲ ਕਰੀਏ, ਸਿਆਸੀ ਪਾਰਟੀਆਂ ਦੀ, ਖਾਸ ਤੌਰ 'ਤੇ ਕਾਂਗਰਸ ਦੀ, ਅਕਾਲੀ ਦਲ ਦੀ, ਆਪ ਦੀ, ਇਹ ਸਾਰੇ ਕਿਸਾਨਾਂ ਨੂੰ ਆਪਣੇ ਕੰਨੀ ਖਿੱਚਣ ਨੂੰ ਲੱਗੇ ਹੋਏ, ਕਿਉਂਕਿ ਇਲੈਕਸ਼ਨ ਸਿਰ 'ਤੇ ਨੇ। ਪਹਿਲਾਂ ਤਾਂ ਕਪਤਾਨ ਸਾਹਿਬ ਕਹਿੰਦੇ ਨੇ ਕਿ ਕਿਸਾਨ ਦਿੱਲੀ ਚਲੇ ਜਾਣ, ਇੱਥੇ ਖਲਲ ਨਾ ਪਾਉਣ, ਅਤੇ ਅਕਾਲੀ ਦਲ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ, ਕਿਸਾਨ ਖੁਦ ਕਹਿੰਦੇ ਨੇ ਵੀ ਇਹ ਉਸ ਸਾਰੇ ਉਹਨਾਂ ਨੂੰ ਗੁੱਠੇ ਲਾਉਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ, ਉਹ ਅੱਜ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਨੇ। ਆਪ ਵਾਲੇ ਕਹਿੰਦੇ ਅਸੀਂ ਤੁਹਾਡੇ ਹਮਦਰਦ ਹਾਂ, ਅਤੇ ਅੱਜ ਕਪਤਾਨ ਸਾਹਿਬ ਕਹਿੰਦੇ ਆ ਕਿ ਤੁਸੀਂ ਸੈਂਟਰ ਨੂੰ ਵੀ ਕਾਨੂੰਨ ਵਾਪਸ ਲਾਓ, ਅਤੇ ਨਹੀਂ ਤਾਂ ਇੱਕ ਅੰਦੋਲਨ ਚੱਲਦਾ ਰਹੂਗਾ। ਤੁਸੀਂ ਇਹ ਦੱਸੋ ਕਿ ਪੰਜਾਬ ਦੇ ਸੰਦਰਭ ਜਿਹੜੀ ਸਿਆਸੀ ਪਾਰਟੀਆਂ ਨੇ, ਇਹ ਹੁਣ ਆਪਣਾ
ਕਿਸਾਨਾਂ ਦੇ ਹੱਕ 'ਚ ਭੁਗਤ ਰਹੀਆਂ ਨੇ ਕਿ ਉਹਨਾਂ ਦੇ ਵਿਰੋਧ 'ਚ ਜਾ ਰਹੀਆਂ, ਕਿਉਂਕਿ ਕਿਸਾਨ ਖੁਦ ਆਪ ਇਹ ਪਾਰਟੀਆਂ ਖੁਦ ਆਪਣੇ ਸ਼ਸ਼ੋਪੰਜ ਨੇ ਵੀ ਜਾਈਏ ਕਿੱਧਰ ਨੂੰ। ਦੇਖੋ ਅਸੀਂ ਜੇ ਇਸ ਐਜੀਟੇਸ਼ਨ ਦੀ ਸਭ ਤੋਂ ਖੂਬਸੂਰਤ ਗੱਲ ਹੈ ਨਾ, ਤਾਂ ਰਾਜਨੀਤਿਕ ਪਾਰਟੀਆਂ ਕੇ ਲਈ ਵੀ ਗੋਡਿਆਂ ਭਰਨੇ ਹੋਈਆਂ ਪਈਆਂ ਨੇ। ਨਾਸੀ ਧੂੰਆਂ ਆਇਆ ਪਿਆ ਉਹਨਾਂ ਦੀ। ਉਹਦੀ ਇੱਕ ਐਗਜ਼ਾਮਪਲ ਹੈ ਵੀ ਜਦੋਂ ਕਿਸਾਨ ਜਥੇਬੰਦੀਆਂ ਦੇ ਲੀਡਰ ਇੱਥੇ ਬੈਠੇ ਸੀ ਵੀ ਆ ਜਾਓ ਅਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ, ਤਾਂ ਕਿਵੇਂ ਲਾਈਨ ਬਣਾ ਕੇ ਬੈਠੇ ਸੀਗੇ। ਸੀਨੀਅਰ ਲੀਡਰ ਘੰਟਾ ਡੇਢ ਘੰਟਾ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ। ਇੱਥੋਂ ਇਹ ਪਤਾ ਲੱਗਦਾ ਵੀ ਇਸ ਵੇਲੇ ਕਿਸਾਨਾਂ ਦਾ ਮੈਂ ਕਹੂੰਗਾ ਅਤੇ ਉਹਨਾਂ ਦੀ ਤਾਕਤ ਦਾ ਕਿੰਨਾ ਜਿਹੜਾ ਜ਼ੋਰ ਹੈ ਉਹ ਰਾਜਨੀਤਿਕ ਪਾਰਟੀਆਂ 'ਤੇ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ, ਕਿਉਂਕਿ ਵੋਟ ਉੱਥੋਂ ਲੈਣੀ ਹੈ, ਕੁਰਸੀ ਉੱਥੋਂ ਮਿਲਣੀ ਹੈਗੀ। ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ, ਕਿਉਂਕਿ ਇਸੇ ਦਿਨ ਆਪਾਂ ਇਹ ਕਹਿ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਵੀ ਟੁੱਟਿਆ ਸੀ। ਉਹਨੂੰ ਵੀ 1 ਸਾਲ ਹੋ ਗਿਆ। 1998 ਜਿਹੜਾ ਆਪਾਂ ਕਹਿ ਲਈਏ 96 ਤੋਂ ਲੈ ਕੇ ਇਹ ਗੱਠਜੋੜ ਚੱਲਿਆ ਆ ਰਿਹਾ ਸੀ। 2.5 ਦਹਾਕੇ ਪੁਰਾਣਾ ਗੱਠਜੋੜ ਇੱਕ ਐਪੀਸੋਡ ਨੇ ਉਹ ਤੋੜਿਆ। ਇੱਕ ਇਹ ਰਾਜਨੀਤਿਕ ਤੌਰ 'ਤੇ ਵੱਡੀ ਘਟਨਾ ਸੀ, ਕਿਉਂਕਿ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਹਨਾਂ ਕਾਨੂੰਨਾਂ ਦੀ ਤਰਫਦਾਰੀ ਕਰਦੇ ਆ ਰਹੇ ਸੀ। ਇੱਕਦਮ ਉਹਨਾਂ ਨੂੰ ਸਟੈਂਡ ਬਦਲਣਾ ਪਿਆ, ਕਿਉਂਕਿ ਉਹਨਾਂ ਦੀ ਵੀ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਖਿਸਕਦੀ ਸੀਗੀ। ਹੁਣ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਬਿਨਾਂ ਸ਼ੱਕ ਕਿਸਾਨ ਜਥੇਬੰਦੀਆਂ ਉਹਨਾਂ ਪ੍ਰਤੀ ਥੋੜ੍ਹਾ ਜਿਹਾ ਲੱਗਦਾ ਹੈ ਵੀ ਥੋੜ੍ਹਾ ਜਿਹਾ ਝੁਕਾਅ ਬਹੁਤਾ ਨੈਗੇਟਿਵ ਨਹੀਂ, ਪੋਜ਼ੀਟਿਵ ਹੈ। ਉਹਦਾ ਕਾਰਨ ਹੈ ਵੀ ਪੰਜਾਬ ਦੇ ਵਿੱਚ ਐਜੀਟੇਸ਼ਨ ਉੱਠੀ। ਪੰਜਾਬ ਗੌਰਮੈਂਟ ਨੇ ਉਹਨਾਂ ਨੂੰ ਉਹਨਾਂ ਦਾ ਜਮਹੂਰੀ ਹੱਕ ਵਰਤਣ ਦੀ ਪੂਰੀ ਖੁੱਲ੍ਹ ਦਿੱਤੀ। ਮੈਂ ਇਹਨੂੰ ਇਹ ਨਹੀਂ ਕਹੂੰਗਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ 'ਤੇ ਕੋਈ ਅਹਿਸਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਮੰਨਦੀਆਂ ਨੇ ਵੀ ਅਹਿਸਾਨ ਕੀਤਾ ਹੈ, ਪਰ ਇਹ ਉਹਨਾਂ ਦਾ ਜਮਹੂਰੀ ਹੱਕ ਹੈ ਕਿਸੇ ਵੀ ਤਰ੍ਹਾਂ ਦਾ ਪੀਸਫੁਲ ਸ਼ਾਂਤਮਈ ਐਜੀਟੇਸ਼ਨ ਕਰਨੀ, ਅੰਦੋਲਨ ਕਰਨਾ। ਜੇ ਸਰਕਾਰ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ ਤਾਂ ਸਰਕਾਰ ਨੇ ਉਹਨਾਂ ਨੂੰ ਇੱਕ ਸੰਵਿਧਾਨਕ ਤੌਰ 'ਤੇ ਕਿਹਾ ਵੀ ਹਾਂ ਇਹ ਤੁਹਾਡਾ ਸੰਵਿਧਾਨਕ ਹੱਕ ਹੈ, ਕਰੋ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਢ ਤੋਂ ਕੋਸ਼ਿਸ਼ ਰਹੀ ਹੈ ਵੀ ਮੈਂ ਇਸ ਅੰਦੋਲਨ ਦੌਰਾਨ ਇਹ ਪ੍ਰਭਾਵ ਜਾਣ ਦੇਵਾਂ ਵੀ ਮੈਂ ਕਿਸਾਨ ਹਿਤੈਸ਼ੀ, ਸਭ ਤੋਂ ਵੱਡਾ ਕਿਸਾਨ ਹਿਤੈਸ਼ੀ ਹੈ। ਇਸੇ ਕਰਕੇ ਅੱਜ ਇੱਕ ਸਾਲ ਪੂਰਾ ਹੋਣ 'ਤੇ ਉਹਨਾਂ ਨੇ ਉਹੀ ਜਿਹੜੀ ਐਜੀਟੇਸ਼ਨ ਪ੍ਰਤੀ ਸਟੇਟਮੈਂਟ ਅਤੇ ਜਿਹੜੀ ਭਾਰਤ ਸਰਕਾਰ ਨੂੰ ਸਟੇਟਮੈਂਟ ਉਹੀ ਦਿੱਤੀ ਵੀ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਹੈ, ਅਤੇ ਬੈਜ ਲਾ ਕੇ ਵੀ ਨੋ ਫੂਡ ਨੋ ਫਾਰਮਰ, ਨੋ ਫਾਰਮਰ ਨੋ ਫੂਡ ਵਾਲਾ ਬੈਚ ਲਾ ਕੇ ਇੱਕ ਦਿਖਾਵਾ ਜਿਹੜੇ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿੱਥੋਂ ਤੱਕ ਅਸੀਂ ਰਾਜਨੀਤਿਕ ਪਾਰਟੀਆਂ ਦੀ ਗੰਭੀਰਤਾ ਦੇਖਦੇ ਹਾਂ ਵੀ ਭਾਰਤ ਸਰਕਾਰ 'ਤੇ, ਮੋਦੀ ਸਰਕਾਰ 'ਤੇ ਕਿਸੇ ਕਿਸਮ ਦਾ ਸਾਂਝੇ ਤੌਰ 'ਤੇ ਸੰਗਠਿਤ ਹੋ ਕੇ ਦਬਾਅ ਪਾਉਣ 'ਚ ਅਜੇ ਤੱਕ ਕਾਮਯਾਬ ਨਹੀਂ ਹੋਇਆ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਅਤੇ ਚਾਹੇ ਕਾਂਗਰਸ ਹੋਵੇ। ਜਿਵੇਂ ਮੈਂ ਕਿਹਾ ਵੀ ਸਾਰੀਆਂ ਕਿਸਾਨਾਂ ਦੇ ਅੱਗੇ ਨੰਬਰ ਬਣਾਉਣ 'ਚ ਲੱਗੀਆਂ ਹੋਈਆਂ ਨੇ, ਕੋਈ ਉਹਨਾਂ ਨੂੰ ਜਿਹੜਾ ਠੋਸ ਹੱਲ ਦੇਣ 'ਚ ਨਾਕਾਮਯਾਬ ਰਹੀਆਂ। ਹੁਣ ਅੱਜ ਤੁਸੀਂ ਦੇਖੋ ਅਕਾਲੀ ਦਲ ਦਿੱਲੀ ਦੇ ਵਿੱਚ ਵੜ ਕੇ ਪ੍ਰਦਰਸ਼ਨ ਕਰ ਰਿਹਾ, ਅਤੇ ਉਸਨੇ ਇੰਨਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਂ ਉਹਦੇ ਪ੍ਰਦਰਸ਼ਨ ਕਰਕੇ ਇੰਨਾ ਜ਼ਬਰਦਸਤ ਜਾਮ ਲੱਗ ਗਿਆ, ਸਾਰੇ ਪਾਸੇ ਹਾਹਾਕਾਰ ਮਚੀ ਪਈ ਹੈ। ਜਦੋਂ ਕਿਸਾਨ ਅੰਦਰ ਆਉਣ ਨੂੰ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਕਹਿੰਦੇ 5 ਜਣੇ ਆਓ ਸੰਸਦ ਭਵਨ ਤੱਕ, ਇਹ ਐਂ ਨਹੀਂ ਲੱਗਦਾ ਕਿ ਸਰਕਾਰ ਕੇਂਦਰ ਸਰਕਾਰ ਅਕਾਲੀਆਂ ਨਾਲ ਹਲੇ ਵੀ ਯਾਰੀ ਪਕਾ ਰਹੀ ਹੈ? ਨਹੀਂ, ਅਸੀਂ ਇਹ ਦੇਖਦੇ ਹਾਂ ਵੀ ਸਿਸਟਮ ਹੈ ਨਾ ਜਿਹੜਾ ਸਾਡਾ ਰਾਜਨੀਤਿਕ ਪਾਰਟੀਆਂ ਪ੍ਰਤੀ ਹਮੇਸ਼ਾ ਹੀ ਹੋਰ ਤਰ੍ਹਾਂ ਦਾ ਦੋਗਲਾਪਣ ਅਪਣਾਉਂਦਾ ਹੈ। ਜਦੋਂ ਚਾਹੇ ਉਹ ਕੋਈ ਮਜ਼ਦੂਰ ਜਥੇਬੰਦੀ ਹੋਵੇ, ਚਾਹੇ ਮੁਲਾਜ਼ਮ ਜਥੇਬੰਦੀ ਹੋਵੇ, ਆਪਾਂ ਪਿਛਲੇ 1 ਸਾਲ ਤੋਂ ਦੇਖਿਆ ਹੈ, ਉਦੋਂ ਤਾਂ ਕੋਵਿਡ ਦੀਆਂ ਪਾਬੰਦੀਆਂ ਹੁੰਦੀਆਂ ਨੇਗੀਆਂ। ਜਦੋਂ ਕਿਸੇ ਰਾਜਨੀਤਿਕ ਪਾਰਟੀ ਨੇ ਰੈਲੀ ਕਰਨੀ ਹੈ, ਉਹ ਭਾਵੇਂ 10,000 ਦਾ ਇਕੱਠ ਕਰੇ, ਭਾਵੇਂ 20,000 ਦਾ ਇਕੱਠ ਕਰੇ, ਵਿਆਹ 'ਚ 50 ਬੰਦੇ ਨਹੀਂ ਇਕੱਠੇ ਹੋਣ ਦੇਣੇ। ਇਹ ਹਮੇਸ਼ਾ ਹੀ ਜਿਹੜਾ ਹਰੇਕ ਸਟੇਟ ਦੇ ਵਿੱਚ, ਇਕੱਲੀ ਦਿੱਲੀ ਨਹੀਂ, ਪੰਜਾਬ ਦੇ ਵਿੱਚ ਵੀ ਬਹੁਤ ਕੁਛ ਹੋਇਆ ਇਸ ਤਰ੍ਹਾਂ ਦਾ। ਕੋਵਿਡ ਦੇ ਨਾਂ 'ਤੇ ਪਾਬੰਦੀਆਂ ਲਾਉਣੀਆਂ, ਜਾਂ ਦਫਾ 144 ਲਾਉਣੀ, ਜਾਂ ਕੋਈ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਲਾਉਣੀਆਂ। ਹਰਿਆਣੇ ਦੇ ਵਿੱਚ ਵੀ ਆਪਾਂ ਦੇਖਿਆ ਹੈਗਾ, ਜਦੋਂ ਤਾਂ ਭਾਰਤੀ ਜਨਤਾ ਪਾਰਟੀ ਕੋਈ ਪ੍ਰੋਗਰਾਮ ਕਰਦੀ ਹੈ, ਉਹ ਕਹਿੰਦੇ ਸਾਡਾ ਜਮਹੂਰੀ ਹੱਕ ਹੈ। ਜੇ ਕਿਸਾਨ ਉਹਨਾਂ ਨੂੰ ਘੇਰਦੇ ਹੈ, ਉਹ ਕਹਿੰਦੇ ਵੀ ਨਹੀਂ, ਇਹ ਕਿਉਂ ਘੇਰਦੇ ਹੈ। ਇਸ ਲਈ ਸਿਸਟਮ ਦਾ ਦੋਗਲਾਪਣ ਜਿਹੜਾ ਹੈ ਉਹ ਹਮੇਸ਼ਾ ਹੀ ਰਿਹਾ ਹੈ। ਹਾਂ, ਇਹ ਹੈ ਵੀ ਅੱਜ ਅਕਾਲੀ ਦਲ ਨੇ ਉੱਥੇ ਭਰਵਾਂ ਇਕੱਠ ਕੀਤਾ ਹੈ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਭ ਤੋਂ ਵੱਡੇ ਕਿਸਾਨ ਹਿਤੈਸ਼ੀ ਅਸੀਂ ਹੀ ਹਾਂ। ਬਹੁਤ ਬਹੁਤ ਧੰਨਵਾਦ। ਜਿਹੜੀ ਦਵਿੰਦਰ ਜੀ ਨੇ ਦੋਗਲੇਪਨ ਦੀ ਗੱਲ ਕੀਤੀ ਹੈ, ਉਹ ਅੱਜ ਇੱਕ ਇਹ ਵੀ ਹੈ ਕਿ ਇੱਕ ਪਾਸੇ ਰਾਹੁਲ ਗਾਂਧੀ ਮੋਦੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਨੇ, ਅਤੇ ਦੂਜੇ ਪਾਸੇ ਯੂਥ ਕਾਂਗਰਸੀ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਮੋਦੀ ਦੇ ਪੁਤਲੇ ਫੂਕ ਰਹੇ ਨੇ। ਇਹ ਹੈ ਸਾਡੇ ਸਿਆਸੀ ਪਾਰਟੀਆਂ ਦਾ ਕਿਰਦਾਰ। ਅੱਜ ਲਈ ਇੰਨਾ ਹੀ, ਕੱਲ੍ਹ ਫੇਰ ਮਿਲਾਂਗੇ। ਬਹੁਤ ਬਹੁਤ ਧੰਨਵਾਦ।